ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਪਿਆਰੇ ਬੱਚਿਓ, ਤੁਹਾਡਾ ਦੂਸਰਾ ਵਿਸ਼ਾ ਅੱਜ ਦਾ ਹੈ ਰਾਜਨੀਤੀ ਸ਼ਾਸਤਰ ਤੇ ਅਰਥ ਸ਼ਾਸਤਰ। ਸਭ ਤੋਂ ਪਹਿਲਾਂ ਬੇਟੇ ਰਾਜਨੀਤੀ ਸ਼ਾਸਤਰ ਦਾ ਤੁਸੀਂ ਹੁਣ ਤੱਕ 1-2 ਚੈਪਟਰ ਕਰ ਚੁੱਕੇ ਆ ਆਪਣੀਆਂ ਕਲਾਸਾਂ 'ਚ ਬੈਠ ਕੇ। ਤੁਹਾਨੂੰ ਦੱਸ ਦਿੱਤਾ ਗਿਆ ਕਿ ਰਾਜਨੀਤੀ ਸ਼ਾਸਤਰ ਜਿਹੜਾ ਸਾਡਾ ਵਿਸ਼ਾ ਹੈਗਾ ਇਹ ਤਾਂ ਰਾਜ ਨਾਲ, ਸਰਕਾਰ ਨਾਲ ਜਾਂ ਰਾਜਨੀਤਿਕ ਪ੍ਰਣਾਲੀਆਂ, ਰਾਜਨੀਤਿਕ ਗਤੀਵਿਧੀਆਂ ਨਾਲ, ਭਾਵ ਕਿ ਮਨੁੱਖ ਦੀ ਰਾਜਨੀਤੀ ਨਾਲ ਸੰਬੰਧਿਤ ਵਿਸ਼ਾ ਹੈ। ਜਦ ਕਿ ਜਿਹੜਾ ਅਰਥ ਸ਼ਾਸਤਰ ਹੈ ਇਹ ਧਨ ਨਾਲ ਜੁੜਿਆ ਹੋਇਆ ਵਿਸ਼ਾ ਹੈ। ਸੋ ਦੋਨੋਂ ਅਲੱਗ-ਅਲੱਗ ਵਿਗਿਆਨ ਹੈਗੇ ਆ, ਦੋਨੋਂ ਅਲੱਗ-ਅਲੱਗ ਸੋਸ਼ਲ ਸਾਇੰਸ ਹੈਗੀਆਂ। ਆਓ ਦੇਖਦੇ ਹਾਂ ਰਾਜਨੀਤਿਕ ਵਿਗਿਆਨ ਜਿਹੜਾ ਹੈਗਾ ਇਹ ਅਰਥ ਸ਼ਾਸਤਰ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨਾਲ ਸੰਬੰਧਿਤ ਵਿਸ਼ੇ ਹੈ। ਫਿਰ ਵੀ ਦੋਨਾਂ ਦੇ ਵਿੱਚ ਬਹੁਤ ਗੂੜਾ ਸੰਬੰਧ ਹੈ। ਜਿਵੇਂ ਅਸੀਂ ਪਹਿਲਾਂ ਇਤਿਹਾਸ ਦਾ ਰਾਜਨੀਤੀ ਨਾਲ ਗੂੜਾ ਸੰਬੰਧ ਦੇਖਿਆ, ਇਸੇ ਤਰ੍ਹਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਰਾਜਨੀਤੀ ਸ਼ਾਸਤਰ ਦਾ ਅਰਥ ਸ਼ਾਸਤਰ ਦੇ ਨਾਲ ਕੋਈ ਸੰਬੰਧ ਨਹੀਂ। ਇਹਨਾਂ ਦੋਨਾਂ ਵਿਸ਼ਿਆਂ ਦਾ ਵੀ ਬੜਾ ਗਹਿਰਾ ਸੰਬੰਧ ਹੈ। ਯੂਨਾਨੀ ਵਿਦਵਾਨ ਅਰਥ ਸ਼ਾਸਤਰ ਨੂੰ ਰਾਜਨੀਤਿਕ ਅਰਥਵਿਵਸਥਾ ਯਾਨੀ ਪੋਲੀਟੀਕਲ ਇਕੋਨਮੀ ਦਾ ਨਾਮ ਦਿੰਦੇ ਸੀ। ਇਸ ਗੱਲ ਨੂੰ ਸਮਝੋ ਤੁਸੀਂ ਕਿ 3-4 ਸਦੀ ਦੇ ਵਿੱਚ ਇਹ ਕੌਟਲਿਆ, ਜਿਨ੍ਹਾਂ ਨੂੰ ਵਿਸ਼ਨੂਗੁਪਤ ਵੀ ਕਿਹਾ ਜਾਂਦਾ ਹੈ, ਮੌਰੀਆ ਸਾਮਰਾਜ ਦੇ ਪ੍ਰਧਾਨ ਮੰਤਰੀ ਸੀਗੇ, ਜਿਨ੍ਹਾਂ ਨੂੰ ਚਾਣਕਿਆ ਦੇ ਨਾਮ ਤੇ ਤੁਸੀਂ ਜ਼ਰੂਰ ਸੁਣਿਆ ਹੋਵੇਗਾ। ਇਹਨਾਂ ਨੇ ਕਿਤਾਬ ਲਿਖੀ ਅਰਥ ਸ਼ਾਸਤਰਾ। ਦਰਅਸਲ ਇਹ ਸਟੇਟ ਦੇ ਬਾਰੇ ਵਿੱਚ ਲਿਖੀ ਹੋਈ ਕਿਤਾਬ ਹੈ ਕਿ ਇੱਕ ਰਾਜ ਜਿਹੜਾ ਉਹ ਕਿਵੇਂ ਚਲਾਇਆ ਜਾਣਾ ਚਾਹੀਦਾ ਹੈ, ਇੱਕ ਰਾਜ ਦੀ ਅਰਥ ਵਿਵਸਥਾ ਕਿਵੇਂ ਕੰਮ ਕਰਦੀ ਹੈ। ਇਹ 3-4 ਈਸਾ ਪੂਰਵ ਦੀ ਗੱਲ ਕਰ ਰਿਹਾ। ਔਰ ਉਸ ਤੋਂ ਬਾਅਦ ਦੇਖੋ ਐਡਮ ਸਮਿਥ ਜੀ ਨੇ 18ਵੀਂ ਸਦੀ ਦੇ ਵਿੱਚ, ਇਹਨੇ ਐਡਮ ਸਮਿਥ ਫੋਟੋ ਲਾਈ ਹੈ, 18ਵੀਂ ਸਦੀ ਦੇ ਵਿੱਚ ਆ ਕੇ ਇਹਨਾਂ ਨੇ ਕਿਤਾਬ ਲਿਖੀ ਦਾ ਵੈਲਥ ਆਫ ਨੇਸ਼ਨ, ਕਿ ਇੱਕ ਨੇਸ਼ਨ ਜਿਹੜੀ ਹੈ ਉਹਦੇ ਧਨ ਦੀ ਵੰਡ, ਧਨ ਦਾ ਉਤਪਾਦਨ ਔਰ ਧਨ ਦੀ ਖਪਤ ਕਿਵੇਂ ਕੀਤੀ ਜਾਣੀ ਚਾਹੀਦੀ ਹੈ, ਉਹਦੇ ਨਾਲ ਜੁੜਿਆ ਹੋਇਆ ਵਿਸ਼ਾ। ਇਹਨਾਂ ਨੇ ਐਡਮ ਸਮਿਥ ਜੀ ਨੇ ਅਰਥ ਸ਼ਾਸਤਰ ਨੂੰ ਇੱਕ ਅਲੱਗ ਵਿਸ਼ੇ ਦੇ ਤੌਰ ਤੇ ਪਹਿਚਾਣ ਦਿੱਤੀ ਹੈ। ਇਸ ਤੋਂ ਪਹਿਲਾਂ ਇਹ ਵਿਸ਼ਾ ਜਿਹੜਾ ਆ ਇਹ ਤੁਹਾਨੂੰ ਮੈਂ ਦੱਸਿਆ ਕਿ ਪੋਲੀਟੀਕਲ ਇਕੋਨਮੀ ਯਾਨੀ ਕਿ ਰਾਜਨੀਤਿਕ ਅਰਥ ਵਿਵਸਥਾ ਦੇ ਨਾਮ ਤੇ ਜਾਣਿਆ ਜਾਂਦਾ ਸੀ। ਸੋ ਇਸ ਗੱਲ ਤੋਂ ਅਸੀਂ ਸਮਝ ਸਕਦੇ ਹਾਂ ਕਿ ਪੁਰਾਤਨ ਸਮੇਂ ਤੋਂ ਹੀ ਰਾਜਨੀਤੀ ਸ਼ਾਸਤਰ ਦਾ ਅਰਥ ਸ਼ਾਸਤਰ ਦੇ ਨਾਲ ਬਹੁਤ ਗਹਿਰਾ ਸੰਬੰਧ ਹੈ। ਅਰਥ ਸ਼ਾਸਤਰ ਦਾ ਅਰਥ ਹੈ ਧਨ ਦਾ ਉਤਪਾਦਨ, ਮਤਲਬ ਪੈਸਾ ਪੈਦਾ ਕਿੱਦਾਂ ਹੋਣਾ ਹੈ, ਧਨ ਦਾ ਉਤਪਾਦਨ ਕਿਵੇਂ ਕਰਨਾ ਹੈ, ਚਾਹੇ ਉਹ ਨੌਕਰੀ ਹੈ, ਚਾਹੇ ਖੇਤੀ ਹੈ, ਚਾਹੇ ਇੰਡਸਟਰੀ ਹੈ, ਕਿੱਥੋਂ ਧਨ ਆਉਣਾ ਹੈ, ਵੰਡ ਕਿਵੇਂ ਹੋਣੀ ਹੈ, ਵਟਾਂਦਰਾ, ਖਪਤ, ਉਪਭੋਗ ਕਿਵੇਂ ਕਰਨਾ ਉਸ ਪੈਸੇ ਦਾ। ਇਹ ਸਾਰੀਆਂ ਚੀਜ਼ਾਂ ਨਾਲ ਸੰਬੰਧਿਤ, ਬਲਕਿ ਅੱਜ ਤਾਂ ਇਹ ਵਿਸ਼ਾ ਇੰਨਾ ਵਿਸਤ੍ਰਿਤ ਹੋ ਚੁੱਕਿਆ ਕਿ ਮਨੁੱਖ ਦੀ ਹਰ ਉਹ ਐਕਟੀਵਿਟੀ ਜਿਹੜੀ ਅਰਥ ਸ਼ਾਸਤਰ ਨਾਲ, ਅਰਥ ਵਿਵਸਥਾ ਨਾਲ ਸੰਬੰਧ ਰੱਖਦੀ ਹੈ, ਉਹ ਅਰਥ ਸ਼ਾਸਤਰ ਦਾ ਵਿਸ਼ਾ ਹੈ। ਸੋ ਮੋਟੇ ਤੌਰ ਤੇ ਤੁਸੀਂ ਯਾਦ ਰੱਖੋ ਕਿ ਅਰਥ ਸ਼ਾਸਤਰ ਜਿਹੜਾ ਇਹ ਧਨ ਨਾਲ ਜੁੜਿਆ ਹੋਇਆ ਵਿਗਿਆਨ ਹੈ। ਆਓ ਦੇਖਦੇ ਹਾਂ ਕਿ ਇਹਨਾਂ ਦੋਨਾਂ ਦੇ ਵਿੱਚ ਕਿੰਨਾ ਕੁ ਗਹਿਰਾ ਸੰਬੰਧ ਹੈ। ਸਭ ਤੋਂ ਪਹਿਲਾਂ ਆਪਾਂ ਦੇਖਾਂਗੇ ਅਰਥ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਦੇਣ ਕੀ ਹੈ। ਸਭ ਤੋਂ ਪਹਿਲਾ ਪੁਆਇੰਟ ਤੁਹਾਡੇ ਲਈ ਰੱਖਿਆ ਮੈਂ ਕਿ ਰਾਜਨੀਤਿਕ ਵਿਚਾਰਧਾਰਾਵਾਂ ਆਰਥਿਕ ਹਾਲਾਤਾਂ ਦੀ ਉਪਜ ਹੁੰਦੀਆਂ। ਬੇਟੇ ਇਹ ਗੱਲ ਤੁਹਾਨੂੰ ਸਮਝ ਲੈਣੀ ਚਾਹੀਦੀ ਹੈ। ਜਿਵੇਂ ਮੈਂ ਅਕਸਰ ਕਲਾਸ ਦੇ ਵਿੱਚ ਉਦਾਹਰਨ ਦਿੰਦਾ ਕਿ ਆਪਣੇ ਘਰ ਦੀ ਹਾਲਤ ਜਾਂ ਆਪਣੀ ਜੇਬ ਦੀ ਹਾਲਤ ਦੇ ਨਾਲ ਘਰ ਚੱਲਦਾ ਹੈ, ਆਪਣੇ ਦੇਸ਼ ਦੀ ਅਰਥ ਵਿਵਸਥਾ ਦੇ ਨਾਲ ਦੇਸ਼ ਚੱਲਦਾ ਹੈ। ਇਸੇ ਤਰ੍ਹਾਂ ਵਰਲਡ ਦੇ ਵਿੱਚ ਜਿਹੜਾ ਧਨ ਤੋਂ ਬਿਨਾਂ ਕੁਝ ਹੁੰਦਾ ਨਹੀਂ ਹੈ। ਸਾਡੀ ਅਰਥ ਵਿਵਸਥਾ ਬਹੁਤ ਗਹਿਰਾ ਪ੍ਰਭਾਵ ਛੱਡਦੀ ਹੈ ਹਰ ਚੀਜ਼ ਦੇ ਉੱਤੇ। ਤੇ ਰਾਜਨੀਤਿਕ ਵਿਚਾਰਧਾਰਾਵਾਂ ਬਦਲਦੀਆਂ, ਕਦੇ ਲਿਬਰਲਿਜ਼ਮ ਜਾਂ ਸੰਸਾਰੀਕਰਨ ਹੈ, ਇਸੇ ਤਰ੍ਹਾਂ ਹੀ ਮਾਰਕਸਵਾਦ ਹੈ, ਸਮਾਜਵਾਦ ਹੈ, ਸਾਮਵਾਦ ਹੈ। ਵੱਖਰੀਆਂ ਵਿਚਾਰਧਾਰਾਵਾਂ ਜਿਹੜੀਆਂ ਇਹ ਕਿਉਂ ਪੈਦਾ ਹੁੰਦੀਆਂ, ਇਹਨਾਂ ਦੇ ਪਿੱਛੇ ਕਾਰਨ ਜਿਹੜੇ ਆ ਉਹ ਆਰਥਿਕ ਕਾਰਨ ਹੁੰਦੇ ਆ, ਆਰਥਿਕ ਹਾਲਾਤ ਹੁੰਦੇ ਆ ਸਮਾਜ ਦੇ। ਜੇ ਸਮਾਜ ਦੇ ਵਿੱਚ ਬਰਾਬਰੀ ਨਹੀਂ ਹੈ, ਊਚ ਨੀਚ ਹੈ, ਤਾਂ ਕ੍ਰਾਂਤੀਆਂ ਹੋ ਜਾਂਦੀਆਂ। ਕ੍ਰਾਂਤੀਆਂ ਹੋਣ ਦੇ ਨਾਲ ਵਿਚਾਰਧਾਰਾਵਾਂ ਬਦਲ ਜਾਂਦੀਆਂ ਔਰ ਉਹ ਵਿਚਾਰਧਾਰਾਵਾਂ ਜਿਹੜੀਆਂ ਰਾਜਨੀਤਿਕ ਹੁੰਦੀਆਂ। ਇਹਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਜਿਹੜੀਆਂ ਵਿਚਾਰਧਾਰਾਵਾਂ ਹੈਗੀਆਂ ਉਹ ਅਰਥ ਸ਼ਾਸਤਰ ਦੀ ਦੇਣ ਹੈ, ਇੱਕ ਤਰ੍ਹਾਂ ਨਾਲ ਉਹ ਆਰਥਿਕ ਹਾਲਾਤਾਂ ਦੀ ਦੇਣ ਹੁੰਦੀਆਂ। ਸੋ ਯਾਦ ਰੱਖਣਾ ਕਿ ਜਦੋਂ ਵੀ ਕੋਈ ਰਾਜਨੀਤਿਕ ਪ੍ਰਣਾਲੀ 'ਚ ਚੇਂਜ ਆਏਗੀ ਤਾਂ ਉਹਦੇ ਪਿੱਛੇ ਹੋਰ ਕਾਰਨਾਂ ਦੇ ਨਾਲ ਇੱਕ ਵੱਡਾ ਕਾਰਨ ਅਰਥ ਵਿਵਸਥਾ ਦਾ ਵੀ ਹੁੰਦਾ। ਸੋ ਦੂਸਰਾ ਪੁਆਇੰਟ ਹੈ ਅਰਥ ਵਿਵਸਥਾ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਭਾਵਿਤ ਕਰਦੀ ਹੈ। ਇਹ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ। ਦੂਸਰੀ ਫੋਟੋ ਦੇਖ ਸਕਦੇ ਹੋ ਤੁਸੀਂ। ਅਰਥ ਵਿਵਸਥਾ ਅਗਰ ਕਿਸੇ ਦੇਸ਼ ਦੀ ਚੰਗੀ ਹੈ ਤਾਂ ਉਹ ਆਪਣੇ ਫੈਸਲੇ ਲੈਣ ਵਾਸਤੇ ਦੂਸਰੇ ਦੇਸ਼ਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। ਪਰੰਤੂ ਇਹ ਮੈਂ ਫੋਟੋ ਲਗਾਈ ਤੁਹਾਨੂੰ ਸੌਖੇ ਰੂਪ ਸਮਝਾਉਣ ਲਈ ਕਿ ਇੱਕ ਪਾਸੇ ਰਿਚ ਹੈ, ਪੂਅਰ ਹੈ। ਜੇ ਕੋਈ ਵੱਡਾ ਦੇਸ਼ ਜਿਵੇਂ ਕੋਈ USA, ਇੰਗਲੈਂਡ ਜਾਂ ਫਰਾਂਸ ਵਰਗਾ ਕੋਈ ਜਿਹੜਾ ਡਿਵੈਲਪ ਕੰਟਰੀ ਹੈ ਕਿਸੇ ਗਰੀਬ ਕੰਟਰੀ ਦੀ ਮਦਦ ਕਰਦਾ ਆ, ਤਾਂ ਕਿਤੇ ਨਾ ਕਿਤੇ ਜਿਹੜੀਆਂ ਪੋਲੀਟੀਕਲ ਪੋਲਿਸੀਜ਼ ਬਣਨੀਆਂ ਹੁੰਦੀਆਂ ਨਾ, ਚਾਹੇ ਵਿਦੇਸ਼ ਪੋਲਿਸੀ ਹੈ, ਚਾਹੇ ਉਹ ਅੰਦਰੂਨੀ ਪੋਲਿਸੀਆਂ ਹੈਗੀਆਂ, ਉਹਨਾਂ ਦੇ ਉੱਤੇ ਜਿਹੜਾ ਮਦਦ ਕਰਨ ਵਾਲਾ ਦੇਸ਼ ਆ ਉਹਦਾ ਕਿਤੇ ਨਾ ਕਿਤੇ ਪ੍ਰਭਾਵ ਹੁੰਦਾ। ਇਹਦਾ ਮਤਲਬ ਜਿਹੜੀ ਅਰਥ ਵਿਵਸਥਾ ਹੈ ਉਹ ਸਾਨੂੰ ਕਿਸੇ ਦੂਜੇ ਦੇਸ਼ ਦੇ ਉੱਤੇ ਨਿਰਭਰ ਜਾਂ ਆਤਮ ਨਿਰਭਰ ਬਣਾਉਣ ਦੇ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੀ ਹੈ। ਤੇ ਸਾਡੀਆਂ ਨੀਤੀਆਂ ਉੱਦਾਂ ਦੀਆਂ ਹੀ ਹੋਣਗੀਆਂ ਜਿਵੇਂ ਦੀ ਸਾਡੀ ਅਰਥ ਵਿਵਸਥਾ ਹੋਏਗੀ। ਤੀਸਰਾ ਪੁਆਇੰਟ ਹੈ ਆਰਥਿਕ ਸਥਿਤੀ ਮਨੁੱਖ ਦੀ ਰਾਜਨੀਤੀ ਨੂੰ, ਭਾਗੀਦਾਰੀ ਜਿਹੜੀ ਹੈ ਰਾਜਨੀਤੀ 'ਚ ਕਰਨੀ ਅਸੀਂ, ਉਸ ਨੂੰ ਪ੍ਰਭਾਵਿਤ ਕਰਦੀ ਹੈ। ਇਹ ਚਾਰਟ ਲੱਗਾ ਹੋਇਆ, ਜਿਸ ਦੀ ਅਰਥ ਵਿਵਸਥਾ ਠੀਕ ਹੈ, ਜਿਸ ਦਾ ਗੁਜ਼ਾਰਾ ਠੀਕ ਚੱਲ ਰਿਹਾ, ਉਸ ਦੀ ਰਾਜਨੀਤਿਕ ਭਾਗੀਦਾਰੀ ਹਮੇਸ਼ਾ ਜ਼ਿਆਦਾ ਹੁੰਦੀ ਹੈ। ਤੁਸੀਂ ਚਾਰਟ ਦੇਖ ਸਕਦੇ ਹੋ। ਇਹ ਚਾਰਟ ਜਿਹੜਾ ਹੈਗਾ ਪੂਅਰ ਜਿਹੜਾ 43% ਤੋਂ ਲੈ, ਉਹਨਾਂ ਦੀ ਭਾਗੀਦਾਰੀ 43% ਹੈ,
ਔਰ 2014 ਦੇ ਵਿੱਚੋਂ ਵੱਧ ਕੇ ਜਿਹੜੀ ਹੈ 50% ਹੋ ਜਾਂਦੀ ਹੈ। ਭਾਵ ਇਹ ਚਾਰਟ ਇਹ ਸਿੱਧ ਕਰਦਾ ਹੈ ਕਿ ਜਿਹੜੇ ਗਰੀਬ ਲੋਕ ਹੈ ਉਹ ਰੋਟੀ ਕੱਪੜਾ ਔਰ ਮਕਾਨ ਆਪਣੀਆਂ ਜਿਹੜੀਆਂ ਘਰੇਲੂ ਜ਼ਰੂਰਤਾਂ ਕਹਿੰਦੇ ਨਾ ਕਿ ਜਿਵੇਂ ਪੇਟ ਨਾ ਪਈਆਂ ਰੋਟੀਆਂ ਤੇ ਸਭੇ ਗੱਲਾਂ ਖੋਟੀਆਂ, ਜਦ ਤੱਕ ਪੇਟ ਦੇ ਵਿੱਚ ਰੋਟੀ ਨਹੀਂ ਪੈਂਦੀ, ਗਰੀਬ ਦੀ ਰੋਟੀ ਦੀ ਭੁੱਖ ਵਾਸਤੇ ਹੀ ਬਹੁਤ ਸਮਾਂ ਉਸ ਨੂੰ ਦੇਣਾ ਪੈਂਦਾ। ਆਪਣੇ ਪਰਿਵਾਰ ਦੀਆਂ ਬੇਸਿਕ ਲੋੜਾਂ ਜਿਹੜੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨ ਵਾਸਤੇ ਉਸ ਨੂੰ ਬਹੁਤ ਰੱਦਦ ਕਰਨਾ ਪੈਂਦਾ ਤੇ ਉਹ ਬਹੁਤਾ ਰਾਜਨੀਤਿਕ ਕੰਮਾਂ ਦੇ ਵਿੱਚ ਪਾਰਟਿਸਿਪੇਟ ਨਹੀਂ ਕਰਦਾ। ਸੋ ਆਰਥਿਕ ਸਥਿਤੀ ਜਿਹੜੀ ਹੈ ਉਹ ਮਨੁੱਖ ਦੀ ਰਾਜਨੀਤਿਕ ਭਾਗੀਦਾਰੀ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੀ ਹੈ। ਚੌਥਾ ਪੁਆਇੰਟ ਹੈ ਕਿ ਆਰਥਿਕ ਨਾ ਬਰਾਬਰੀ ਰਾਜਨੀਤਿਕ ਸਥਿਰਤਾ ਲਈ ਖਤਰਾ ਬਣਦੀ ਹੈ। ਬਹੁਤ ਇੰਪੋਰਟੈਂਟ ਪੁਆਇੰਟ ਹੈ। ਜਿਵੇਂ ਨੀਚੇ ਦੇਖੋ ਤੁਸੀਂ, ਅਮੀਰ ਤੇ ਗਰੀਬ ਔਰ ਵੱਡੀਆਂ ਜਿਹੜੀਆਂ ਕੋਠੀਆਂ ਜਾਂ ਬਹੁਤ ਮੰਜ਼ਲੀਆਂ ਇਮਾਰਤਾਂ ਦੇ ਨਾਲ ਗਰੀਬ ਜਿਹੜੀ ਝੁੱਗੀ ਝੌਂਪੜੀ ਆ ਉਸ ਨੂੰ ਦਿਖਾਇਆ ਗਿਆ। ਜਿਸ ਵੇਲੇ ਇਸ ਤਰ੍ਹਾਂ ਦੀ ਸਮਾਜ ਦੇ ਵਿੱਚ ਨਾ ਬਰਾਬਰੀ ਹੁੰਦੀ ਹੈ ਤਾਂ ਉਹ ਰਾਜਨੀਤਿਕ ਸਥਿਰਤਾ ਦੇ ਲਈ ਖਤਰਾ ਬਣ ਜਾਂਦੀ ਹੈ। ਬਹੁਤ ਸਾਰੀਆਂ ਸਮਾਜ ਦੇ ਵਿੱਚ ਕ੍ਰਾਂਤੀਆਂ ਹੋ ਚੁੱਕੀਆਂ। 1917 ਦੇ ਵਿੱਚ ਰਸ਼ੀਆ ਦੇ ਵਿੱਚ ਕ੍ਰਾਂਤੀ ਹੋਈ, ਇੰਗਲੈਂਡ ਦੀ ਕ੍ਰਾਂਤੀ, ਫਰਾਂਸ ਦੀ ਕ੍ਰਾਂਤੀ ਜਿਹੜੀ ਹੈ, ਇਹ ਸਾਰੀਆਂ ਕ੍ਰਾਂਤੀਆਂ ਜਿਹੜੀਆਂ ਇਹ ਸਿੱਧ ਕਰਦੀਆਂ ਕਿ ਜਦੋਂ ਸਮਾਜ ਦੇ ਵਿੱਚ ਅਮੀਰ ਗਰੀਬ ਦਾ ਪਾੜਾ ਵਧੇਗਾ ਉਹ ਸਮਾਜਿਕ ਤਬਦੀਲੀ ਦੇ ਲਈ ਔਰ ਰਾਜਨੀਤਿਕ ਤਬਦੀਲੀ ਦੇ ਲਈ ਬਹੁਤ ਵੱਡਾ ਖਤਰਾ ਬਣ ਜਾਂਦੀ ਹੈ। ਅੰਦੋਲਨ ਹੋਣੇ ਸ਼ੁਰੂ ਹੋ ਜਾਂਦੇ ਆ, ਸਰਕਾਰਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਜਾਂਦਾ ਤੇ ਕਿਤੇ ਨਾ ਕਿਤੇ ਜਾ ਕੇ ਉਹ ਰਾਜਨੀਤਿਕ ਚੇਂਜ ਵਾਸਤੇ ਕਾਰਨ ਬਣ ਜਾਂਦੀ ਹੈ। ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਰਾਜਨੀਤਿਕ ਸਥਿਰਤਾ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ। ਅਗਰ ਰਾਜਨੀਤਿਕ ਸਥਿਰਤਾ ਨਹੀਂ ਹੋਏਗੀ ਤਾਂ ਦੇਸ਼ ਦਾ ਵਿਕਾਸ ਜਿਹੜਾ ਉਹ ਪਛੜ ਜਾਏਗਾ। ਆਓ ਅੱਗੇ ਚੱਲ ਕੇ ਦੇਖਦੇ ਹਾਂ ਕਿ ਰਾਜਨੀਤੀ ਸ਼ਾਸਤਰ ਦੀ ਅਰਥ ਵਿਵਸਥਾ ਨੂੰ ਕੀ ਦੇਣ ਹੈ। ਅਰਥ ਸ਼ਾਸਤਰ ਨੂੰ ਵੀ ਰਾਜਨੀਤੀ ਸ਼ਾਸਤਰ ਦਾ ਬਹੁਤ ਲਾਭ ਹੈ। ਪਹਿਲਾ ਪੁਆਇੰਟ ਹੈ ਕਿ ਆਰਥਿਕ ਵਿਕਾਸ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਜਿਵੇਂ ਅਸੀਂ ਪਿਛਲੀ ਸਲਾਈਡ ਦੇ ਵਿੱਚ ਜਿਹੜਾ ਪੁਆਇੰਟ ਹੁਣੇ ਡਿਸਕਸ ਕੀਤਾ ਹੈ, ਬਿਲਕੁਲ ਉਹਦਾ ਹੀ ਦੂਸਰਾ ਰੂਪ ਹੈ। ਇਹਨੂੰ ਜੇ ਦੂਜੇ ਸ਼ਬਦਾਂ 'ਚ ਮੈਂ ਕਹਾਂ ਕਿ ਆਰਥਿਕ ਵਿਕਾਸ ਦੇ ਲਈ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਬੇਟੇ, ਜੇ ਦੇਸ਼ ਦੇ ਵਿੱਚ ਸ਼ਾਂਤੀ ਹੈ, ਦੇਸ਼ ਦੀ ਸਰਕਾਰ ਠੀਕ ਢੰਗ ਨਾਲ ਕੰਮ ਕਰ ਰਹੀ ਹੈ, ਲੋਕ ਸ਼ਾਂਤ ਹੋ ਕੇ ਆਪਣੀਆਂ ਸਰਕਾਰ ਦੀਆਂ ਨੀਤੀਆਂ ਨੂੰ ਮੰਨ ਰਹੇ ਆ, ਆਪਣਾ ਕੰਮ ਕਰ ਰਹੇ ਆ, ਦੇਸ਼ ਵਿਕਾਸ ਕਰੇਗਾ। ਸਰਕਾਰ ਜਿਹੜੀ ਆ ਲੰਬੇ ਸਮੇਂ ਦੀਆਂ ਪਾਲਿਸੀਆਂ ਬਣਾਏਗੀ, ਵੱਡੀਆਂ ਇਨਵੈਸਟਮੈਂਟ ਕਰ ਸਕੇਗੀ ਔਰ ਲੰਬੇ ਸਮੇਂ ਦੀਆਂ ਪਲੈਨਿੰਗ ਦੇ ਵਿੱਚ ਹਮੇਸ਼ਾ ਹੀ ਵਿਕਾਸ ਜ਼ਿਆਦਾ ਹੁੰਦਾ ਹੈ। ਇਸੇ ਕਰਕੇ ਅਸੀਂ ਕਹਿੰਦੇ ਹਾਂ ਕਿ ਸਥਿਰਤਾ ਜਿਹੜੀ ਹੈ, ਰਾਜਨੀਤਿਕ ਸਥਿਰਤਾ ਬੜੀ ਜ਼ਰੂਰੀ ਹੈ। ਇਹ ਕੌਣ ਦੇਗਾ ਸਾਨੂੰ? ਰਾਜਨੀਤੀ ਸ਼ਾਸਤਰ। ਰਾਜਨੀਤੀ ਸ਼ਾਸਤਰ ਦੇ ਨਾਲ ਤੋਂ ਪਤਾ ਲੱਗੇਗਾ ਕਿ ਆਰਥਿਕ ਸਥਿਰਤਾ ਜਿਹੜੀ ਹੈ ਉਹ ਕਿਵੇਂ ਲਿਆਉਣੀ ਹੈ। ਉਹ ਆਏਗੀ ਸਰਕਾਰਾਂ ਦੀ ਸਥਿਰਤਾ ਦੇ ਨਾਲ। ਸੋ ਅਗਰ ਸਾਡੀ ਰਾਜਨੀਤਿਕ ਸਥਿਰਤਾ ਹੈਗੀ ਹੈ, ਭਾਵ ਕਿ ਸਾਡੀਆਂ ਸਰਕਾਰਾਂ ਲੰਬੇ ਸਮੇਂ ਦੀਆਂ ਟਿਕਾਊ ਸਰਕਾਰਾਂ, ਲੰਬੇ ਸਮੇਂ ਦੀਆਂ ਨੀਤੀਆਂ ਲੈ ਕੇ ਚੱਲਣ ਵਾਲੀਆਂ ਸਰਕਾਰਾਂ ਹੈਗੀਆਂ, ਤਾਂ ਸਾਡੇ ਦੇਸ਼ ਦਾ ਆਰਥਿਕ ਵਿਕਾਸ ਜਿਹੜਾ ਹੈ ਉਹ ਬਹੁਤ ਵਧੀਆ ਹੋਏਗਾ। ਪਹਿਲੀ ਫੋਟੋ ਤੁਸੀਂ ਦੇਖ ਸਕਦੇ ਆ, ਸਰਕਾਰ ਵੱਖ-ਵੱਖ ਪਲੈਨਿੰਗ ਜਿਹੜੀਆਂ ਉਹ ਕਰਦੀ ਹੈ ਆਪਣੇ ਦੇਸ਼ ਦੇ ਵਿੱਚ, ਦੇਸ਼ ਨੂੰ ਅੱਗੇ ਲਿਜਾਣ ਵਾਸਤੇ। ਮੇਕ ਇਨ ਇੰਡੀਆ ਜਾਂ ਹੋਰ ਬਹੁਤ ਸਾਰੀਆਂ ਆਰਥਿਕ ਗਤੀਵਿਧੀਆਂ ਸਰਕਾਰ ਸ਼ੁਰੂ ਕਰਦੀ ਹੈ ਹਮੇਸ਼ਾ ਹੀ ਦੇਸ਼ ਦੇ ਵਿਕਾਸ ਵਾਸਤੇ। ਔਰ ਇਹ ਤਾਂ ਹੀ ਚੱਲ ਪਾਉਣਗੀਆਂ ਇਹ ਸਕੀਮਾਂ ਜੇ ਸਾਡੇ ਦੇਸ਼ ਦੇ ਵਿੱਚ ਰਾਜਨੀਤਿਕ ਸਥਿਰਤਾ ਜ਼ਰੂਰੀ ਹੈ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀ, ਅਗਰ ਗੱਠਜੋੜ ਸਰਕਾਰ ਹੈ, ਸਰਕਾਰ ਟਿਕਾਊ ਨਹੀਂ ਹੈ, ਜਲਦੀ ਨਾਲ ਟੁੱਟ ਜਾਣ ਵਾਲੀ ਸਰਕਾਰ ਹੈ, ਤਾਂ ਫਿਰ ਸਰਕਾਰ ਲੰਬੇ ਸਮੇਂ ਦੀਆਂ ਨੀਤੀਆਂ ਨਹੀਂ ਬਣਾ ਸਕਦੀ ਤੇ ਰਾਜਨੀਤਿਕ ਸਥਿਰਤਾ ਦਾ ਖਤਰਾ ਹੁੰਦਾ ਹੈ ਉਸ ਵੇਲੇ ਆਰਥਿਕ ਵਿਕਾਸ ਜਿਹੜਾ ਬਹੁਤ ਹੱਦ ਤੱਕ ਪ੍ਰਭਾਵਿਤ ਹੋ ਜਾਂਦਾ ਹੈ। ਸੋ ਰਾਜਨੀਤੀ ਸ਼ਾਸਤਰ ਦੀ ਸਭ ਤੋਂ ਪਹਿਲੀ ਦੇਣ ਇਹ ਹੈ ਕਿ ਜੇ ਆਰਥਿਕ ਵਿਕਾਸ ਕਰਨਾ ਹੈ ਤਾਂ ਉਹਦੇ ਲਈ ਰਾਜਨੀਤਿਕ ਸਥਿਰਤਾ ਜਿਹੜੀ ਹੈ ਉਹ ਜ਼ਰੂਰੀ ਹੈ। ਦੂਸਰਾ ਪੁਆਇੰਟ ਡਿਸਕਸ ਕਰਦੇ ਹਾਂ, ਰਾਜ ਆਰਥਿਕ ਨੀਤੀਆਂ ਨੂੰ ਬਣਾਉਂਦਾ ਹੈ ਤੇ ਲਾਗੂ ਕਰਦਾ ਹੈ। ਮੈਂ ਪਹਿਲਾਂ ਗੱਲ ਕਰ ਚੁੱਕਿਆ। ਤੀਸਰੇ ਪੁਆਇੰਟ ਤੇ ਚੱਲਦੇ ਹਾਂ। ਬਹੁਤੀਆਂ ਆਰਥਿਕ ਸਮੱਸਿਆਵਾਂ ਦਾ ਹੱਲ ਰਾਜਨੀਤਿਕ ਹੁੰਦਾ ਹੈ। ਜਿਵੇਂ ਆਰਥਿਕ ਸਮੱਸਿਆਵਾਂ, ਰੋਜ਼ਗਾਰ ਨਹੀਂ ਮਿਲ ਰਿਹਾ, ਨੌਕਰੀ ਹੈ, ਸਰਕਾਰ ਦੀ ਬਦਲਣ ਦੀ ਮੰਗ ਹੈ, ਇਨਕਮ ਟੈਕਸ ਹੈ, ਕੋਈ ਵੀ ਰਾਜਨੀਤਿਕ ਸਮੱਸਿਆ ਹੈਗੀ ਆ ਤਾਂ ਉਹ ਆਮ ਤੌਰ ਤੇ ਸਰਕਾਰ ਨੇ ਹੀ ਨਜਿੱਠਣੀ ਹੁੰਦੀ ਹੈ। ਚੌਥਾ ਪੁਆਇੰਟ ਹੈ ਆਰਥਿਕ ਕੰਮ, ਜਿਵੇਂ ਟੈਕਸ ਹੈ, ਬੈਂਕਿੰਗ, ਇੰਪੋਰਟ ਐਕਸਪੋਰਟ ਦੀਆਂ ਨੀਤੀਆਂ, ਇਹ ਸਾਰੀਆਂ ਬੇਟੇ ਰਾਜ ਦੇ ਕਾਨੂੰਨ ਦੁਆਰਾ ਲਾਗੂ ਕੀਤੀਆਂ ਜਾਂਦੀਆਂ। ਸੋ ਰਾਜਨੀਤੀ ਸ਼ਾਸਤਰ ਦੀ ਅਰਥ ਸ਼ਾਸਤਰ ਨੂੰ ਕਾਫੀ ਦੇਣ ਹੈ। ਦੋਨਾਂ ਦੇ ਵਿੱਚ ਅੰਤਰ ਹੈ, ਬੜਾ ਬਰੀਕ ਅੰਤਰ ਹੈ। ਵਿਸ਼ੇ ਵਸਤੂ 'ਚ ਅੰਤਰ ਮੈਂ ਪਹਿਲਾਂ ਦੱਸ ਚੁੱਕਾ ਹਾਂ ਤੁਹਾਨੂੰ ਕਿ ਜਿਹੜਾ ਅਰਥ ਸ਼ਾਸਤਰ ਹੈ ਉਹ ਧਨ ਦੇ ਉਤਪਾਦਨ ਅਤੇ ਖਪਤ ਦੇ ਨਾਲ ਸੰਬੰਧਿਤ ਵਿਸ਼ਾ ਹੈ, ਜਦ ਕਿ ਰਾਜਨੀਤੀ ਸ਼ਾਸਤਰ ਜਿਹੜਾ ਰਾਜਨੀਤਿਕ ਤੱਥਾਂ ਦਾ ਅਧਿਐਨ ਕਰਨ ਵਾਲਾ ਵਿਸ਼ਾ ਹੈ। ਦੂਸਰਾ ਪੁਆਇੰਟ ਹੈ ਰਾਜਨੀਤੀ ਸ਼ਾਸਤਰ ਦਾ ਖੇਤਰ ਅਰਥ ਸ਼ਾਸਤਰ ਨਾਲੋਂ ਵਿਸ਼ਾਲ ਹੈ। ਜਿਵੇਂ ਮੈਂ ਇਤਿਹਾਸ ਦੀ ਗੱਲ ਕੀਤੀ ਕਿ ਇਤਿਹਾਸ ਰਾਜਨੀਤੀ ਸ਼ਾਸਤਰ ਨਾਲੋਂ ਵਿਸ਼ਾਲ ਹੈ, ਇਸੇ ਤਰ੍ਹਾਂ ਅਰਥ ਸ਼ਾਸਤਰ ਕੇਵਲ ਧਨ ਦੇ ਉਤਪਾਦਨ ਜਾਂ ਖਪਤ ਨਾਲ ਸੰਬੰਧਿਤ ਹੈ, ਜਿਹੜਾ ਕਿ ਰਾਜਨੀਤੀ ਸ਼ਾਸਤਰ ਦੇ ਵਿੱਚ ਅਸੀਂ ਬਹੁਤ ਵਿਸਥਾਰ ਦੇ ਵਿੱਚ ਜਿਹੜਾ ਅਧਿਐਨ ਹੈ ਉਹ ਕਰਦੇ ਹਾਂ। ਸੋ ਰਾਜਨੀਤੀ ਸ਼ਾਸਤਰ ਦਾ ਖੇਤਰ ਜਿਹੜਾ ਬੜਾ ਵਿਸ਼ਾਲ ਹੈ। ਤੀਸਰਾ ਪੁਆਇੰਟ ਹੈ ਕਿ ਅਰਥ ਸ਼ਾਸਤਰ ਵਿੱਚ ਅੰਕੜਿਆਂ ਦੀ ਭਵਿੱਖਬਾਣੀ ਕੀਤੀ ਜਾ ਸਕਦੀ ਹੈ। ਅੱਜ ਕੀ ਨੀਤੀਆਂ ਚੱਲ ਰਹੀਆਂ ਸਰਕਾਰ ਦੀਆਂ, ਸਰਕਾਰ ਦੀ ਕੀ ਇਨਕਮ ਹੈ, ਅਗਰ ਨੀਤੀਆਂ ਬਦਲਦੀਆਂ ਤਾਂ ਅੰਕੜਿਆਂ ਦੇ ਆਧਾਰ ਤੇ ਦੱਸਿਆ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਦੇਸ਼ ਦਾ ਰੈਵਨਿਊ ਕਿੰਨਾ ਹੋਏਗਾ, ਖਰਚ ਕਿੰਨਾ ਹੋਏਗਾ, ਬਜਟ ਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਂਦਾ ਹੈ। ਜਦ ਕਿ ਰਾਜਨੀਤੀ ਵਿੱਚ ਕੋਈ ਠੋਸ ਭਵਿੱਖਬਾਣੀ ਸੰਭਵ ਨਹੀਂ ਹੈ।
ਇਹ ਜ਼ਰੂਰੀ ਨਹੀਂ ਹੈ ਕਿ ਜੋ ਬੀਤੇ ਸਮੇਂ ਦੇ ਵਿੱਚ ਹੋਇਆ ਉਹਨੂੰ ਪੜ੍ਹ ਕੇ ਜਾਂ ਉਹਦੇ ਤੇ ਅਮਲ ਕਰਕੇ ਅਸੀਂ ਬਿਲਕੁਲ ਉਸੇ ਤਰ੍ਹਾਂ ਦੇ ਨਤੀਜੇ ਲੈ ਸਕਾਂਗੇ, ਕੋਈ ਜ਼ਰੂਰੀ ਨਹੀਂ ਹੈ। ਔਰ ਲੋਕਾਂ ਦੀ ਮਾਨਸਿਕਤਾ ਕੀ ਕਹਿੰਦੀ ਹੈ, ਲੋਕਾਂ ਦੀ ਭਾਗੀਦਾਰੀ ਕੀ ਕਹਿੰਦੀ ਹੈ, ਆਲ ਡਿਪੈਂਡਸ ਅਪੋਨ ਥੀਸ ਫੈਕਟਰਸ। ਇਹ ਬਹੁਤ ਸਾਰੇ ਤੱਥ ਹੈਗੇ ਆ ਜਿਨ੍ਹਾਂ ਕਰਕੇ ਰਾਜਨੀਤੀ ਪ੍ਰਭਾਵਿਤ ਹੁੰਦੀ ਹੈ। ਸੋ ਇਹਨਾਂ ਦੇ ਵਿੱਚ ਇਹ ਬਰੀਕ ਅੰਤਰ ਜਿਹੜੇ ਆ ਤੁਸੀਂ ਯਾਦ ਰੱਖਣੇ ਆ। ਅਗਲਾ ਸਾਡਾ ਵਿਸ਼ਾ ਹੈ ਰਾਜਨੀਤੀ ਸ਼ਾਸਤਰ ਤੇ ਸਮਾਜ ਸ਼ਾਸਤਰ। ਬਹੁਤ ਇੰਪੋਰਟੈਂਟ ਹੈ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਸਮਾਜ ਸ਼ਾਸਤਰ ਇੱਕ ਅਜਿਹਾ ਵਿਸ਼ਾ ਆ ਜਿਹੜਾ ਜੀਵਨ ਦੇ ਹਰ ਪਹਿਲੂ ਯਾਨੀ ਸਮਾਜਿਕ ਜੀਵਨ ਨੂੰ ਦੇਖਦਾ ਹੈ। ਸਮਾਜ ਦੀ ਉਤਪਤੀ ਕਿਵੇਂ ਹੋਈ, ਵਿਕਾਸ ਕਿਵੇਂ ਹੋਇਆ, ਸਮਾਜ ਦਾ ਸੰਗਠਨ ਕਿਵੇਂ ਹੋਇਆ ਤੇ ਸਮਾਜ ਕਿਵੇਂ ਦਾ ਹੈ, ਪੜ੍ਹਿਆ ਲਿਖਿਆ ਹੈ ਕਿ ਅਨਪੜ੍ਹ ਹੈ, ਪਛੜਿਆ ਹੋਇਆ ਹੈ ਕਿ ਵਿਕਸਿਤ ਹੈ, ਹਰ ਚੀਜ਼ ਦਾ ਅਧਿਐਨ ਜਿਹੜਾ ਉਹ ਸਮਾਜ ਸ਼ਾਸਤਰ ਕਰਦਾ ਹੈ। ਇੱਕ ਬਹੁਤ ਹੀ ਵਿਸ਼ਾਲ ਸਮਾਜਿਕ ਵਿਗਿਆਨ ਹੈ। ਸਮਾਜ ਸ਼ਾਸਤਰ ਸਭ ਤੋਂ ਪੁਰਾਣਾ ਵਿਗਿਆਨ ਹੈ ਕਿਉਂਕਿ ਜਦੋਂ ਮਨੁੱਖ ਪੈਦਾ ਹੋਇਆ, ਮਨੁੱਖ ਤੋਂ ਬਾਅਦ ਸੁਸਾਇਟੀ ਹੋਂਦ ਵਿੱਚ ਆਈ। ਇੱਕ ਦੂਜੇ ਦੇ ਨਾਲ ਮਿਲਣਾ, ਹੌਲੀ ਹੌਲੀ ਲੋਕਾਂ ਦਾ ਇਕੱਠੇ ਹੋ ਕੇ ਰਹਿਣਾ, ਕਮਿਊਨਿਟੀ ਬਣਨਾ, ਸਮਾਜ ਬਣਨਾ। ਉਹ ਸਮਾਜ ਦੀ ਰਚਨਾ ਜਦੋਂ ਹੁੰਦੀ ਹੈ ਤੇ ਨਾਲ ਹੀ ਸਮਾਜ ਸ਼ਾਸਤਰ ਦਾ ਵਿਸ਼ਾ ਜਿਹੜਾ ਉਸ ਨੂੰ ਅਧਿਐਨ ਕਰਨ ਵਾਸਤੇ ਪੈਦਾ ਹੋ ਜਾਂਦਾ ਹੈ। ਸੋ ਅਸੀਂ ਇਸ ਨੂੰ ਮਦਰ ਸਾਇੰਸ ਯਾਨੀ ਸਾਰੇ ਵਿਗਿਆਨਾਂ ਦੀ ਜਨਮਦਾਤੀ ਵੀ ਕਹਿ ਸਕਦੇ ਹਾਂ। ਸੋ ਦੇਖ ਸਕਦੇ ਹੋ ਤੁਸੀਂ ਕਿਵੇਂ ਸੁਸਾਇਟੀ ਹੋਂਦ ਵਿੱਚ ਆਈ ਔਰ ਇਹ ਸਮਾਜ ਸ਼ਾਸਤਰ ਜਿਹੜਾ ਆ ਇਹ ਕਿੰਨਾ ਵਿਸ਼ਾਲ ਵਿਸ਼ਾ ਹੋਏਗਾ ਜਿਹਦੇ ਅੰਦਰ ਅਸੀਂ ਜੀਵਨ ਦੇ ਹਰ ਪਹਿਲੂ ਨੂੰ ਦੇਖਣਾ ਹੈ, ਅਧਿਐਨ ਕਰਨਾ ਹੈ। ਆਓ ਦੇਖੀਏ ਸਮਾਜ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਕੀ ਦੇਣ ਹੈ। ਸਮਾਜ ਸ਼ਾਸਤਰ ਬਹੁਤ ਵੱਡੀ ਦੇਣ ਹੈ। ਜਿਵੇਂ ਅਸੀਂ ਪਹਿਲਾਂ ਪੜ੍ਹਿਆ ਕਿ ਸਮੱਗਰੀ ਪ੍ਰਦਾਨ ਕਰਦਾ ਹੈ, ਇਸੇ ਤਰ੍ਹਾਂ ਰਾਜ ਦਾ ਵਿਕਾਸ ਸਮਾਜ ਵਿੱਚੋਂ ਹੋਇਆ। ਮੈਂ ਇੱਕ ਫੋਟੋ ਲਗਾਈ ਹੈ ਪੁਰਾਣੇ ਯੂਨਾਨ ਦੀ ਕੱਢ ਕੇ। ਜਿਵੇਂ ਸਮਝ ਲਓ ਤੁਸੀਂ ਇਹਨੂੰ ਇੱਕ ਘਰ ਜਾਂ ਇੱਕ ਪਿੰਡ ਮੰਨ ਲਓ, ਵੱਖ-ਵੱਖ ਇਮਾਰਤਾਂ ਨੂੰ ਇੱਕ ਇੱਕ ਪਿੰਡ ਮੰਨ ਲਓ ਕਿਉਂਕਿ ਆਬਾਦੀ ਬਹੁਤ ਘੱਟ ਸੀ, ਛੋਟੇ-ਛੋਟੇ ਪਿੰਡ ਸੀ, ਨਗਰ ਹੋਇਆ ਕਰਦੇ ਸੀ ਔਰ ਆਪਸ ਵਿੱਚ ਮਿਲ ਕੇ ਡਾਇਰੈਕਟ ਲੋਕਤੰਤਰ ਦਾ ਜ਼ਮਾਨਾ ਸੀ ਔਰ ਸਾਰੀਆਂ ਸਲਾਹਾਂ ਜਾਂ ਸਾਰਾ ਸਰਕਾਰ ਚਲਾਉਣ ਦਾ ਪ੍ਰਬੰਧ ਇਕੱਠੇ ਹੋ ਕੇ ਕੀਤਾ ਜਾਂਦਾ ਸੀ, ਜਿਹਨੂੰ ਅਸੀਂ ਪ੍ਰਤੱਖ ਲੋਕਤੰਤਰ ਕਹਿੰਦੇ ਹਾਂ। ਪਰ ਅੱਜ ਆਬਾਦੀ ਵੱਧ ਗਈ ਹੈ, ਸਾਡੇ ਜਿਹੜੇ ਛੋਟੇ ਨਗਰ ਰਾਜ ਆ ਉਹਨਾਂ ਨੇ ਰਾਸ਼ਟਰੀ ਰਾਜ ਦੀ ਜਗ੍ਹਾ ਲੈ ਲਈ ਹੈ ਔਰ ਅਸੀਂ ਇਹਨੂੰ ਪੂਰੇ ਨੂੰ ਜੇ ਇੱਕ ਰਾਜ ਮੰਨ ਲਈਏ ਇਸ ਵੇਲੇ ਫੋਟੋ ਦੇ ਹਿਸਾਬ ਦੇ ਨਾਲ ਸਿਰਫ ਸਮਝਣ ਦੀ ਖਾਤਰ, ਤਾਂ ਅਸੀਂ ਸਮਝ ਸਕਦੇ ਹਾਂ ਕਿ ਛੋਟੇ-ਛੋਟੇ ਸਮਾਜਾਂ ਦੇ ਵਿੱਚੋਂ ਹੀ ਜਦੋਂ ਸਾਡੇ ਕੁਝ ਕੰਮ ਅਸੀਂ ਕਰਨੇ ਆ, ਸਲਾਹ ਦੇ ਨਾਲ ਸਰਕਾਰ ਬਣਾਉਣੀ ਹੈ ਜਾਂ ਰਾਜ ਨੂੰ ਕੁਝ ਕੰਮ ਦੇਣ ਦੀ ਨੌਬਤ ਆਈ ਤਾਂ ਰਾਜ ਸਮਾਜ ਦੇ ਵਿੱਚੋਂ ਹੀ ਪੈਦਾ ਹੋਇਆ। ਇਹ ਗੱਲ ਸਾਨੂੰ ਕਿੱਥੋਂ ਪਤਾ ਲੱਗੇਗੀ? ਸਮਾਜ ਸ਼ਾਸਤਰ ਤੋਂ ਪਤਾ ਲੱਗੇਗੀ ਕਿਉਂਕਿ ਸਮਾਜ ਸ਼ਾਸਤਰ ਸਾਨੂੰ ਦੱਸਦਾ ਹੈ ਕਿ ਰਾਜ ਪੈਦਾ ਕਿਵੇਂ ਹੋਇਆ, ਸਮਾਜ ਨੇ ਵਿਕਾਸ ਕਿਵੇਂ ਕੀਤਾ ਔਰ ਰਾਜ ਅੱਜ ਦੀ ਪੋਜੀਸ਼ਨ ਵਿੱਚ ਕਿਵੇਂ ਪਹੁੰਚਿਆ। ਸੋ ਦੂਸਰੀ ਦੇਣ ਜਿਹੜੀ ਹੈ ਸਮਾਜ ਸ਼ਾਸਤਰ ਦੀ ਉਹ ਹੈ ਜੀ, ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਨੂੰ ਵਡਮੁੱਲੀ ਸਮੱਗਰੀ ਪ੍ਰਦਾਨ ਕਰਦਾ ਹੈ। ਮੈਂ ਜਲਦੀ ਨਾਲ ਦੱਸਣਾ ਚਾਹੁੰਦਾ ਕਿ ਸਮਾਜ ਵੱਖ-ਵੱਖ ਪੋਜੀਸ਼ਨਾਂ ਦੇ ਵਿੱਚੋਂ, ਵੱਖ-ਵੱਖ ਸਟੇਜਸ ਦੇ ਵਿੱਚੋਂ ਆਦਮ ਸਾਮਵਾਦ ਜਿਹਦੇ ਵਿੱਚ ਕਿਸੇ ਦੀ ਕੋਈ ਨਿੱਜੀ ਪ੍ਰਾਪਰਟੀ ਨਹੀਂ ਸੀ, ਫਿਰ ਉਸ ਤੋਂ ਬਾਅਦ ਜਿਹੜਾ ਗੁਲਾਮੀ ਦਾ ਯੁੱਗ ਆ ਗਿਆ, ਖੇਤੀ ਕਰਨੀ ਸ਼ੁਰੂ ਕਰ ਦਿੱਤੀ ਔਰ ਕੁਝ ਲੋਕਾਂ ਨੇ ਉਸ ਖੇਤੀ ਦੇ ਉੱਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਮੰਤਵਾਦ ਜਾਂ ਜਿਹਨੂੰ ਜ਼ਗੀਰਦਾਰੂ ਯੁੱਗ ਕਹਿ ਦਿੰਦੇ ਉਹ ਆ ਗਿਆ। ਉਸ ਤੋਂ ਬਾਅਦ ਜਦੋਂ ਬਹੁਤ ਵੱਡੇ ਰੂਪ ਦੇ ਵਿੱਚ ਲੋਕਾਂ ਨੇ ਆਰਥਿਕਤਾ ਦੇ ਉੱਤੇ ਕਬਜ਼ਾ ਕਰ ਲਿਆ ਤਾਂ ਫਿਰ ਪੂੰਜੀਵਾਦ ਹੋਂਦ ਵਿੱਚ ਆਉਂਦਾ ਹੈ। ਪੂੰਜੀਵਾਦ ਦੇ ਵਿੱਚ ਜਦੋਂ ਅਮੀਰ ਗਰੀਬ ਦੀ ਲੁੱਟ ਵੱਧ ਜੀ ਆ, ਪਾੜਾ ਵੱਧਦਾ ਆ, ਤਾਂ ਉਸ ਵੇਲੇ ਫਿਰ ਸਮਾਜਵਾਦ ਜਨਮ ਲੈਂਦਾ ਹੈ। ਇਸ ਤੋਂ ਬਾਅਦ ਫਿਰ ਸਾਮਵਾਦ ਔਰ ਫਿਰ ਮੁੜ ਕੇ ਦੁਬਾਰਾ ਅਸੀਂ ਸਾਮਵਾਦ 'ਤੇ। ਸੋ ਸਮਾਜ ਇੱਕ ਤਰ੍ਹਾਂ ਨਾਲ ਇੱਕ ਸਟੈਪ ਤੋਂ ਬਾਅਦ ਦੂਸਰੇ ਸਟੈਪ ਦੇ ਵਿੱਚ ਵਿਕਸਿਤ ਹੁੰਦਾ ਰਹਿੰਦਾ ਹੈ, ਚੇਂਜ ਹੁੰਦਾ ਰਹਿੰਦਾ ਹੈ ਤੇ ਇਹ ਸਾਨੂੰ ਪਤਾ ਲੱਗਦਾ ਹੈ ਜੀ ਸਮਾਜ ਸ਼ਾਸਤਰ ਤੋਂ। ਇਸ ਕਰਕੇ ਰਾਜਨੀਤੀ ਨੇ ਅਗਰ ਸਮਝਣਾ ਹੈ ਕਿ ਸਮਾਜ ਕਿਵੇਂ ਪੈਦਾ ਹੋਇਆ ਜਾਂ ਰਾਜ ਕਿਵੇਂ ਪੈਦਾ ਹੋਇਆ ਜਾਂ ਰਾਜ ਅੱਜ ਦੀ ਪੋਜੀਸ਼ਨ 'ਚ ਕਿਵੇਂ ਪਹੁੰਚਿਆ ਤਾਂ ਉਸ ਨੂੰ ਸਮਾਜ ਸ਼ਾਸਤਰ ਦੀ ਮਦਦ ਲੈਣੀ ਪਏਗੀ। ਤੀਸਰਾ ਹੈ ਸਮਾਜਿਕ ਹਾਲਤ ਜਿਹੜੇ ਰਾਜਨੀਤਿਕ ਸੰਗਠਨ ਨੂੰ ਪ੍ਰਭਾਵਿਤ ਕਰਦੇ ਆ। ਸਮਾਜ ਦੇ ਹਾਲਤ ਭਾਵ ਕਿ ਮੈਂ ਦੋ ਪਿਕਚਰ ਲਾਈ ਹੈ ਇੱਕ ਛੋਟੀ ਜੀ, ਅਨਐਜੂਕੇਟਡ ਐਂਡ ਐਜੂਕੇਟਡ। ਪੜ੍ਹਿਆ ਲਿਖਿਆ ਸਮਾਜ ਹੈ ਤਾਂ ਅਨਪੜ੍ਹ ਸਮਾਜ ਹੈ, ਜਾਂ ਫਿਰ ਪਛੜਿਆ ਹੋਇਆ ਸਮਾਜ ਹੈ ਤੇ ਵਿਕਸਿਤ ਸਮਾਜ ਹੈ। ਜਿਸ ਤਰ੍ਹਾਂ ਦਾ ਸਮਾਜ ਹੋਏਗਾ ਉਸੇ ਤਰ੍ਹਾਂ ਦਾ ਹੀ ਜਿਹੜਾ ਸਾਡਾ ਰਾਜਨੀਤਿਕ ਸੰਗਠਨ ਹੈ, ਸਾਡੀ ਸਰਕਾਰ ਹੈ, ਉਹ ਉਸੇ ਤਰ੍ਹਾਂ ਹੀ ਕੰਮ ਕਰਦੀ ਹੈ। ਭਾਵ ਕਿ ਜੇ ਸਮਾਜ ਪੜ੍ਹਿਆ ਲਿਖਿਆ ਹੈ ਤਾਂ ਉਹ ਰਾਜ ਨੂੰ ਜਾਂ ਰਾਜਨੀਤਿਕ ਪ੍ਰਣਾਲੀ ਨੂੰ ਆਪਣੀ ਚੰਗਾ ਯੋਗਦਾਨ ਦੇਵੇਗਾ ਔਰ ਦੇਸ਼ ਵਿਕਾਸ ਕਰੇਗਾ। ਰਾਜਨੀਤਿਕ ਸੰਗਠਨ ਸਥਿਰਤਾ ਦੇ ਨਾਲ ਕੰਮ ਕਰਦਾ ਰਹੇਗਾ। ਸੋ ਸਮਾਜਿਕ ਹਾਲਤ ਦੇ ਉੱਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਹੈ ਰਾਜਨੀਤਿਕ ਪ੍ਰਣਾਲੀ। ਸਮਾਜਿਕ ਰੀਤੀ ਰਿਵਾਜ ਰਾਜ ਦੇ ਕਾਨੂੰਨਾਂ ਨੂੰ ਪ੍ਰਭਾਵਿਤ ਕਰਦੇ ਆ। ਬੇਟੇ ਸਮਾਜ ਕਿਉਂਕਿ ਮੁੱਢਲੀ ਸਾਇੰਸ ਮੰਨਿਆ ਅਸੀਂ, ਸਮਾਜ ਦੇ ਵਿੱਚ ਰੀਤੀ ਰਿਵਾਜ ਸ਼ੁਰੂ ਤੋਂ ਚੱਲਦੇ ਆ ਰਿਹਾ, ਵਿਆਹ ਸ਼ਾਦੀ ਜਨਮ ਔਰ ਬਹੁਤ ਸਾਰੇ ਰੀਤੀ ਰਿਵਾਜ ਸਾਡੇ ਜੀਵਨ ਦੇ ਨਾਲ ਸੰਬੰਧਿਤ ਹੈ। ਜਿਹੜੀ ਐਥਿਕਸ ਹੈ, ਨੀਤੀ ਸ਼ਾਸਤਰ ਹੈ, ਉਹਦੇ ਨਾਲ ਸੰਬੰਧਿਤ ਹੈ। ਔਰ ਜਿਹੜਾ ਰਾਜਨੀਤੀ ਸ਼ਾਸਤਰ ਹੈ ਕੋਸ਼ਿਸ਼ ਕਰਦਾ ਹੈ ਕਿ ਜਿਹੜੇ ਰਾਜ ਦੇ ਕਾਨੂੰਨ ਬਣਨੇ ਆ ਉਹ ਰੀਤੀ ਰਿਵਾਜਾਂ ਦੇ ਅਨੁਸਾਰ ਹੋਣੇ ਚਾਹੀਦੇ ਆ। ਜਿਵੇਂ ਬੁਢਾਪੇ ਦੇ ਵਿੱਚ ਮਾਂ ਪਿਓ ਨੂੰ ਸਾਂਭਣਾ ਉਹਦੇ ਲਈ ਕਾਨੂੰਨ ਬਣ ਚੁੱਕਿਆ ਹੈ, ਉਹ ਸਾਡੇ ਰੀਤੀ ਰਿਵਾਜਾਂ ਦੇ ਵਿੱਚ ਵੀ ਹੈਗਾ ਕਿ ਅਸੀਂ ਆਪਣੇ ਵੱਡਿਆਂ ਦੀ ਇੱਜ਼ਤ ਕਰਨੀ ਹੈ। ਜੇ ਕੋਈ ਨਹੀਂ ਕਰਦਾ ਤਾਂ ਕਾਨੂੰਨ ਸਰਕਾਰ ਨੇ ਬਣਾਇਆ ਹੈ ਕਿ ਮਾਤਾ ਪਿਤਾ ਆਪਣੇ ਬੱਚਿਆਂ ਤੋਂ ਉਹ ਆਪਣਾ ਹੱਕ ਲੈ ਸਕਦੇ ਆ। ਸੋ ਸਪਸ਼ਟ ਕਰਦੀ ਹੈ ਇਹ ਸਲਾਈਡ ਕਿ ਸਮਾਜ ਸ਼ਾਸਤਰ ਦੀ ਰਾਜਨੀਤੀ ਸ਼ਾਸਤਰ ਨੂੰ ਬਹੁਤ ਦੇਣ ਹੈ। ਦੂਸਰੀ ਸਲਾਈਡ ਦੇਖਦੇ ਹਾਂ, ਰਾਜਨੀਤੀ ਸ਼ਾਸਤਰ ਦੀ ਸਮਾਜ ਸ਼ਾਸਤਰ ਨੂੰ ਕੀ ਦੇਣ ਹੈ।
ਸਮਾਜਿਕ ਜੀਵਨ ਰਾਜ ਦੁਆਰਾ ਕੰਟਰੋਲ ਕੀਤਾ ਜਾਂਦਾ ਹੈ। ਲੜਕੀਆਂ ਦੇ ਉੱਤੇ ਜਿਹੜਾ ਜ਼ੋਰ ਜ਼ਬਰਦਸਤੀ ਹੁੰਦੀ ਆ ਉਹਦੀ ਇੱਕ ਪਿਕਚਰ ਲਗਾਉਣ ਦੀ ਕੋਸ਼ਿਸ਼ ਕੀਤੀ ਹੈ। ਸਿਰਫ ਇੱਕ ਪਿਕਚਰ ਲਗਾਈ ਆ, ਤੁਸੀਂ ਬਹੁਤ ਸਾਰੇ ਪੱਖ ਦੇਖ ਸਕਦੇ ਆ ਸਮਾਜ ਦੇ, ਜਿਹਦੇ ਵਿੱਚ ਕੁਝ ਵੀ ਬਹੁਤ ਸਾਰੀਆਂ ਵਧੀਕੀਆਂ ਹੁੰਦੀਆਂ, ਕੁਝ ਵੀ ਗਲਤ ਹੁੰਦਾ, ਅਨਿਆਂਪੂਰਨ ਹੁੰਦਾ। ਤਾਂ ਅਜਿਹਾ ਅਨਿਆਂਪੂਰਨ ਜਿਹੜਾ ਸਮਾਜ ਹੈ, ਬੇਲਗਾਮ ਸਮਾਜ ਜੰਗਲ ਰਾਜ ਹੋਏਗਾ, जिसकी लाठी उसकी भैंस वाला सिस्टम हो जाएगा अगर कानून नहीं होएगा। सो समाजिक जीवन ਨੂੰ ਨਿਯਮਿਤ ਕਰਨਾ ਬਹੁਤ ਜ਼ਰੂਰੀ ਹੈ, ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ, ਔਰ ਉਹ ਕੀਤਾ ਜਾਂਦਾ ਹੈ ਜੀ ਰਾਜਨੀਤੀ ਸ਼ਾਸਤਰ ਜਾਂ ਰਾਜ ਦੁਆਰਾ। ਦੂਸਰਾ ਪੁਆਇੰਟ ਹੈ ਰਾਜ ਸਮਾਜਿਕ ਬੁਰਾਈਆਂ ਨੂੰ ਖਤਮ ਕਰਦਾ ਹੈ। ਤੁਸੀਂ ਡੌਰੀ ਸਿਸਟਮ ਦੇਖ ਸਕਦੇ ਹੋ, ਦਾਜ ਸਮੱਸਿਆ ਸਮਾਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਬੁਰਾਈਆਂ ਹੈਗੀਆਂ, ਉਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਕਿਤੇ ਨਾ ਕਿਤੇ ਰਾਜ ਨੂੰ ਕਾਨੂੰਨ ਬਣਾਉਣੇ ਪੈਂਦੇ ਆ, ਚਾਹੇ ਉਹ ਬਾਲ ਵਿਆਹ ਹੈ, ਚਾਹੇ ਉਹ ਡੌਰੀ ਸਿਸਟਮ ਹੈ, ਚਾਹੇ ਉਹ ਰੇਪ ਕੇਸਿਸ ਹੈ, ਚਾਹੇ ਹੋਰ ਸਮਾਜਿਕ ਬੁਰਾਈਆਂ, ਭ੍ਰਸ਼ਟਾਚਾਰ ਹੈ। ਇਹਨਾਂ ਸਾਰੀਆਂ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਰਾਜ ਕਾਨੂੰਨ ਬਣਾਉਂਦਾ ਹੈ। ਇਹਦਾ ਮਤਲਬ ਰਾਜਨੀਤੀ ਸ਼ਾਸਤਰ ਸਮਾਜ ਸ਼ਾਸਤਰ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਸਾਰੇ ਨਿਯਮ ਪ੍ਰਦਾਨ ਕਰਦਾ ਹੈ। ਤੀਸਰਾ ਪੁਆਇੰਟ ਹੈ ਕਿ ਰਾਜ ਸਮਾਜਿਕ ਸੰਗਠਨਾਂ ਜਾਂ ਸੰਸਥਾਵਾਂ ਨੂੰ ਨਿਯਮਿਤ ਕਰਦੇ ਆ। ਸੰਗਠਨ ਜਾਂ ਸੰਸਥਾਵਾਂ ਜਿਹੜੀਆਂ ਸਮਾਜ ਦੇ ਵਿੱਚ ਕੰਮ ਕਰਦੀਆਂ, ਉਹ ਰਾਜ ਦੇ ਨਿਯਮਾਂ ਅਨੁਸਾਰ ਕੰਮ ਕਰ ਸਕਦੀਆਂ। ਬੇਟੇ VHP ਹੈ, ਸਿਮੀ ਹੈ, ਬਹੁਤ ਸਾਰੀਆਂ ਸੰਸਥਾਵਾਂ ਜਿਵੇਂ RSS ਹੈ, ਜਾਂ ਮੈਂ ਬਹੁਤ ਸਾਰੇ ਨਾਮ ਲਏ ਜਾ ਸਕਦੇ ਆ, ਸਮੇਂ ਦੀ ਸ਼ਾਰਟੇਜ ਆ। ਉਹ ਸੰਸਥਾਵਾਂ ਜਦੋਂ ਸਮਾਜ ਦੇ ਵਿੱਚ ਕੰਮ ਕਰਦੀਆਂ ਤਾਂ ਉਹ ਸਰਕਾਰ ਦੇ ਕਾਨੂੰਨਾਂ ਮੁਤਾਬਕ ਕਰਦੀਆਂ। ਅਗਰ ਸਰਕਾਰ ਦੇ ਕਾਨੂੰਨ ਦੇ ਮੁਤਾਬਕ ਜਾਂ ਸਰਕਾਰ ਦੀ ਇੱਛਾ ਤੋਂ ਉਲਟ ਕੋਈ ਸੰਸਥਾ ਕੰਮ ਕਰਦੀ ਹੈ ਤਾਂ ਸਰਕਾਰ ਉਹਦੇ ਉੱਤੇ ਬੈਨ ਲਗਾ ਸਕਦੀ ਹੈ, ਉਹਨੂੰ ਸਜ਼ਾ ਦੇ ਸਕਦੀ ਹੈ, ਉਹਨੂੰ ਭੰਗ ਕਰ ਸਕਦੀ ਹੈ। ਸੋ ਰਾਜਨੀਤਿਕ ਸੰਗਠਨ, ਸਮਾਜਿਕ ਸੰਗਠਨ ਜਿੰਨੇ ਵੀ ਹੈਗੇ ਆ, ਇਹਨਾਂ ਨੂੰ ਰਾਜ ਦੁਆਰਾ ਨਿਸ਼ਚਿਤ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਇਹਨਾਂ ਦੇ ਵਿੱਚ ਵੀ ਬਹੁਤ ਗੂੜਾ ਸੰਬੰਧ ਤਾਂ ਅਸੀਂ ਦੇਖਿਆ, ਪਰ ਅੰਤਰ ਵੀ ਹੈ। ਰਾਜਨੀਤੀ ਸ਼ਾਸਤਰ ਤੇ ਸਮਾਜ ਸ਼ਾਸਤਰ ਦੇ ਵਿੱਚ ਥੋੜ੍ਹੇ ਜਿਹਾ ਬਰੀਕ ਅੰਤਰ ਨੇ। ਜਿਵੇਂ ਸਭ ਤੋਂ ਪਹਿਲਾਂ ਕਿ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਤੋਂ ਪਹਿਲਾਂ ਹੋਂਦ ਵਿੱਚ ਆਇਆ। ਮੈਂ ਦੱਸਿਆ ਕਿ ਜਿਵੇਂ ਸਮਾਜ ਬਣਿਆ, ਉਸ ਵਿਸ਼ੇ ਨੂੰ ਪੜ੍ਹਨ ਵਾਸਤੇ ਸਮਾਜ ਸ਼ਾਸਤਰ ਦੀ ਹੋਂਦ ਹੋ ਗਈ। ਫਿਰ ਅਰਥ ਸ਼ਾਸਤਰ ਦੀ ਗੱਲ ਆਈ ਤੇ ਅਰਥ ਸ਼ਾਸਤਰ ਹੋਂਦ 'ਚ ਆ ਗਿਆ। ਪੋਲਿਟਿਕਸ ਦੀ ਗੱਲ ਆਈ, ਰਾਜਨੀਤੀ ਦੀ ਗੱਲ ਆਈ ਤਾਂ ਰਾਜਨੀਤੀ ਵਿਗਿਆਨ ਬਣ ਗਿਆ। ਸੋ ਸਮਾਜ ਸਭ ਤੋਂ ਪਹਿਲੇ ਪੈਦਾ ਹੋਇਆ, ਇਸ ਕਰਕੇ ਸਮਾਜ ਸ਼ਾਸਤਰ ਰਾਜਨੀਤੀ ਸ਼ਾਸਤਰ ਤੋਂ ਕਦੇ ਪਹਿਲੇ ਦਾ ਸਾਇੰਸ ਹੈ, ਤੇ ਇਸੇ ਕਰਕੇ ਅਸੀਂ ਕਿਹਾ ਸੀ ਕਿ ਸਮਾਜ ਸ਼ਾਸਤਰ ਸਾਰੇ ਵਿਗਿਆਨਾਂ ਦੀ ਮਾਂ ਹੈ। ਦੂਸਰਾ ਪੁਆਇੰਟ ਹੈ ਸਮਾਜ ਸ਼ਾਸਤਰ ਸਮੁੱਚੇ ਸਮਾਜਿਕ ਜੀਵਨ ਨਾਲ, ਜਦਕਿ ਰਾਜਨੀਤੀ ਸ਼ਾਸਤਰ ਕੇਵਲ ਰਾਜਨੀਤਿਕ ਪੱਖ ਨਾਲ ਸੰਬੰਧਿਤ ਹੈ। ਸਮੁੱਚੇ ਸਮਾਜਿਕ ਜੀਵਨ ਦੇ ਨਾਲ ਜਿਹੜਾ ਸੰਬੰਧਿਤ ਵਿਸ਼ਾ ਹੈ ਉਹ ਸਮਾਜ ਸ਼ਾਸਤਰ ਹੈ। ਰਾਜਨੀਤੀ ਸ਼ਾਸਤਰ ਦਾ ਸੰਬੰਧ ਕੇਵਲ ਰਾਜਨੀਤੀ ਨਾਲ ਹੈ, ਤੇ ਸਮਾਜ ਸ਼ਾਸਤਰ ਰਾਜਨੀਤੀ ਨਾਲੋਂ ਵਿਸ਼ਾਲ ਹੈ, ਵਿਆਪਕ ਵਿਗਿਆਨ ਹੈਗਾ। ਬੇਟੇ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਰੇ ਵਿਗਿਆਨ ਔਰ ਸਾਰੇ ਵਿਸ਼ੇ ਅਲੱਗ-ਅਲੱਗ ਹੈਗੇ ਆ, ਇਹਨਾਂ ਦਾ ਸਾਰਿਆਂ ਦਾ ਅਲੱਗ-ਅਲੱਗ ਅਧਿਐਨ ਹੈਗਾ, ਪਰ ਇੱਕ ਦੂਜੇ ਦੀ ਮਦਦ ਤੋਂ ਬਿਨਾਂ ਇਹ ਅਧੂਰੇ ਰਹਿ ਜਾਂਦੇ ਆ ਕਿਤੇ ਨਾ ਕਿਤੇ। ਇਸ ਕਰਕੇ ਅਗਰ ਅਸੀਂ ਸਹੀ ਅਧਿਐਨ ਕਰਨਾ ਹੈ ਤਾਂ ਸਾਨੂੰ ਇੱਕ ਦੂਜੇ ਦੇ ਨਾਲ ਇਹਨਾਂ ਦਾ ਜਿਹੜਾ ਗਹਿਰਾ ਸੰਬੰਧ ਹੈ ਉਹਨੂੰ ਦੇਖਣਾ ਪਏਗਾ। ਇੱਕ ਦੂਜੇ ਦੀ ਮਦਦ ਤੋਂ ਬਿਨਾਂ ਇਹ ਅਧੂਰੇ ਹਨ।